ਅਗਲੀ ਗੱਲ ਉਹ ਬਹੁਤ ਵਧੀਆ ਕਰਦੇ ਨੇ ਇਸੇ ਕਿਤਾਬ ਦੇ ਵਿੱਚ। ਉਹ ਸ਼ੰਕਰਾਚਾਰਿਆ ਦਾ ਇੱਕ ਜ਼ਿਕਰ ਕਰਦੇ ਨੇ। ਇਹ ਮੈਂ ਜ਼ਿਕਰ ਇਸ ਕਰਕੇ ਕਰ ਰਿਹਾ ਕਿ ਅੱਜ ਇੱਕ ਖੇਡ ਖੇਡੀ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋ ਕੇ ਨਾ, ਮੈਂ ਤੈਨੂੰ ਚੈਲੰਜ ਕਰਦਾ, ਤੂੰ ਮੈਨੂੰ ਚੈਲੰਜ ਕਰ। ਇੱਕ ਖੇਡ ਚੱਲ ਰਹੀ ਹੈ। ਮੈਨੂੰ ਇਹ ਖੇਡ ਜਿਹੜੀ ਹੈ ਨਾ, ਕਈ ਵਾਰੀ ਸਾਡੇ ਪਿੰਡਾਂ ਦੇ ਵਿੱਚ ਬੀਬੀਆਂ ਲੜਦੀਆਂ, ਮੈਨੂੰ ਉਵੇਂ ਦੀ ਖੇਡ ਲੱਗਦੀ ਹੈ। ਅੱਜ ਆਹ ਧਿਰ ਲਾਈਵ ਹੋਈ ਹੁੰਦੀ ਹੈ ਦੂਜੇ ਨੂੰ ਗਾਲਾਂ ਕੱਢਣ ਦੇ ਵਾਸਤੇ, ਦੂਜੇ ਦਿਨ ਉਹ ਧਿਰ ਲਾਈਵ ਹੁੰਦੀ ਹੈ, ਤੀਜੇ ਦਿਨ ਉਹ ਲਾਈਵ ਹੁੰਦੀ ਹੈ, ਚੌਥੇ ਦਿਨ ਉਹ ਧਿਰ ਲਾਈਵ ਹੁੰਦੀ ਹੈ। ਔਰ ਸੱਚ ਜਾਣਿਓ, ਸਹੀ ਅਰਥਾਂ ਦੇ ਵਿੱਚ ਜਿਹੜਾ ਗੁਰਮਤ ਦੇ ਵਿੱਚ ਵਿਚਾਰਧਰਤਾ ਦਾ, ਜਿਹੜਾ ਗੁਰਮਤ ਦੇ ਵਿੱਚ ਗੋਸ਼ਟ ਦਾ ਕਣ ਹੈ, ਉਹ ਦੋਵਾਂ ਧਿਰਾਂ ਦੇ ਕੋਲ ਨਹੀਂ। ਇਸ ਗੱਲ ਨੂੰ ਸੱਚ ਸਵੀਕਾਰਨਾ ਪਵੇਗਾ ਕਿ ਜਿਹੜਾ ਗੁਰਮਤ ਦਾ, ਵੇਖੋ ਸਿੱਧ ਵੀ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਈਰਖਾ ਕਰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਨੇ ਕਿਹਾ, ਖਾਦੀ ਖੁਣਸ, ਈਰਖਾ ਖਾਦੀ ਨਾ, ਖਾਦੀ ਖੁਣਸ ਉਗੇਸਰਾਂ ਗੋਸ਼ਟ ਕਰਨ ਸਭੇ ਉਠ ਆਈ। ਮਨ ਦੇ ਵਿੱਚ ਨਫ਼ਰਤ ਹੈ, ਮਨ ਦੇ ਵਿੱਚ ਈਰਖਾ ਹੈ ਗੁਰੂ ਨਾਨਕ ਸਾਹਿਬ ਦੇ ਨਾਲ। ਗੋਸ਼ਟ ਕਰਨ ਆਉਂਦੇ ਨੇ ਤੇ ਗੁਰੂ ਨਾਨਕ ਸਾਹਿਬ ਉੱਥੇ ਗੋਸ਼ਟ ਕਰਦੇ ਨੇ, ਉੱਥੇ ਵਿਚਾਰ ਚਰਚਾ ਹੁੰਦੀ ਹੈ, ਪਰ ਉਹ ਵਿਚਾਰ ਚਰਚਾ ਅੱਜ ਵਰਗੀ ਨਹੀਂ ਹੈ। ਉਹ ਜਿਹੜੀ ਵਿਚਾਰਧਰਤਾ ਹੈ ਉਹਦਾ ਇੱਕ ਸੁਚਾਰੂ ਰੂਪ ਹੈ ਕਿ ਜਾਂ ਤੇ ਆਪਣੀ ਵਿਚਾਰਧਾਰਾ ਦੇ ਨਾਲ ਕਿਸੇ ਨੂੰ ਪ੍ਰਭਾਵਿਤ ਕਰ ਲੈਣਾ ਤੇ ਜਾਂ ਕਿਸੇ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਜਾਣਾ, ਜੇ ਵਿਚਾਰਧਾਰਾ ਉੱਚੀ ਹੈ। ਹੁਣ ਖਿਆਲ ਕਰੋ, ਗੁਰੂ ਨਾਨਕ ਸਾਹਿਬ ਜਨੇਊ ਦਾ ਪਾਉਣ ਤੋਂ ਇਨਕਾਰ ਕਰਦੇ ਨੇ, ਖੰਡਨ ਕਰਦੇ ਨੇ, ਤੇ ਪੰਡਿਤ ਹਰਦਿਆਲ ਦੇ ਸਾਹਮਣੇ ਇੱਕ ਵਿਚਾਰਧਾਰਾ ਰੱਖਦੇ ਨੇ। ਜੇ ਪੰਡਿਤ ਹਰਦਿਆਲ ਦੇ ਕੋਲ ਆਪਣੀ ਵਿਚਾਰਧਾਰਾ ਉੱਚੀ ਹੁੰਦੀ ਤੇ ਫਿਰ ਗੁਰੂ ਨਾਨਕ ਸਾਹਿਬ ਨੂੰ ਪਾਉਣਾ ਪੈਣਾ ਸੀ। ਹੁਣ ਉੱਥੇ ਗੁਰੂ ਨਾਨਕ ਸਾਹਿਬ ਆਪਣੀ ਉਸ ਵਿਚਾਰਧਾਰਾ ਨੂੰ ਸਿਰਜਦੇ ਹੈ, ਕਹਿੰਦੇ ਮੈਂ ਪਾਉਣ ਨੂੰ ਇਨਕਾਰੀ ਨਹੀਂ, ਮੈਂ ਪਾਉਣ ਨੂੰ ਤਿਆਰ ਹਾਂ, ਪਰ ਜੇ ਆਹ ਹੈ ਤੇ ਲੈ ਆ ਜਿਹੜਾ ਤੇਰਾ ਆਹ ਹੈ ਨਾ, ਚੌਂਕੜ ਮੁੱਲ ਅੜਾਇਆ ਬਹਿ ਚੌਂਕੇ ਪਾਇਆ, ਮੈਂ ਇਹ ਨਹੀਂ ਪਾਉਣਾ ਜਿਹੜਾ 4 ਕੌਡੀਆਂ ਦਾ ਧਾਗਾ। ਮੈਂ ਕਿਹੜਾ ਪਾਉਣਾ, ਦਇਆ ਕਪਾ ਸੰਤੋਖ ਸੂਤ ਜਤ ਗੰਢੀ 7 ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ। ਹੁਣ ਗੁਰੂ ਨਾਨਕ ਸਾਹਿਬ ਨੇ ਆਪਣੀ ਵਿਚਾਰਧਾਰਾ ਦਾ ਇੱਕ ਉੱਪਰਲਾ ਰੂਪ ਉਹਦੇ ਸਾਹਮਣੇ ਰੱਖ ਦਿੱਤਾ ਵੀ ਪੰਡਿਤ ਜੀ ਜੇ ਹੈ ਤੇ ਦਿਓ, ਪਾਉਣ ਨੂੰ ਤਿਆਰ। ਇਹ ਹੈ ਇੱਕ ਉਚਾਰੂ ਚਰਚਾ, ਉਸਾਰੂ ਚਰਚਾ, ਜਿਹਦੇ ਵਿੱਚੋਂ ਭਵਿੱਖ ਦੀਆਂ ਪੀੜ੍ਹੀਆਂ ਦੇ ਵਾਸਤੇ ਕੁਝ ਕੱਢਿਆ ਜਾ ਸਕਦਾ। ਗੁਰੂ ਨਾਨਕ ਸਾਹਿਬ ਨੇ ਕੱਢ ਕੇ ਦੱਸਿਆ। ਇਹੀ ਗੱਲ ਹੈ ਨਾ ਕਿ ਪੰਡਿਤ ਹਰਦਿਆਲ ਜਿਹੜਾ ਉਹ ਵੀ ਗੁਰੂ ਸਾਹਿਬ ਦੀ ਵਿਚਾਰਧਾਰਾ 'ਚ ਆ ਜਾਂਦਾ ਹੈ। ਕਿਉਂ ਆ ਜਾਂਦਾ ਹੈ? ਕਿਉਂਕਿ ਜਿਹੜਾ ਉਸ ਚਰਚਾ ਦਾ ਰੂਪ ਹੈ ਬਹੁਤ ਉਸਾਰੂ ਹੈ। ਇਸੇ ਤਰ੍ਹਾਂ ਜਦੋਂ ਸਰਦਾਰ ਕਪੂਰ ਸਿੰਘ ਸ਼ੰਕਰਾਚਾਰੀਆ ਦੀ ਗੱਲ ਕਰਦੇ ਆ, ਸ਼ੰਕਰਾਚਾਰੀਆ ਜਿਹੜਾ ਹਿੰਦੂ ਧਰਮ ਦਾ ਇੱਕ ਮਹਾਨ ਵਿਦਵਾਨ ਹੋਇਆ। ਸ਼ੰਕਰਾਚਾਰੀਆ ਦੀ ਚਰਚਾ ਹੁੰਦੀ ਹੈ ਮੰਡਨ ਮਿਸਰ ਦੇ ਨਾਲ। ਉਸਦੀ ਪਤਨੀ ਜਿਹੜੀ ਹੈ ਉਹ ਭਾਰਤੀ, ਉਹ ਵੀ ਉਸ ਚਰਚਾ ਦੇ ਵਿੱਚ ਹਿੱਸਾ ਲੈਂਦੀ ਹੈ। ਹੁਣ ਪਹਿਲੀ ਗੱਲ ਤਾਂ ਇਹ ਵੇਖੋ ਕਿ ਅੱਜ ਕੀ ਹੁੰਦਾ, ਚਰਚਾ ਦੀ ਜਗ੍ਹਾ ਮਿੱਥੀਆਂ ਜਾਂਦੀਆਂ। ਇੱਕ ਧਿਰ ਕਹਿੰਦੀ ਹੈ ਇੱਥੇ ਚਰਚਾ ਕਰਨੀ ਤੇ ਆ ਜਾ, ਮੈਂ ਇਸ ਕੇਂਦਰ 'ਚ ਚਰਚਾ ਕਰਨੀ। ਇੱਕ ਧਿਰ ਕਹਿੰਦੀ ਨਹੀਂ, ਇਸ ਕੇਂਦਰ 'ਚ ਆ, ਮੈਂ ਫਿਰ ਚਰਚਾ ਕਰਨੀ ਹੈ। ਤੇ ਸੱਚ ਜਾਣਿਓ, ਜੇਕਰ ਵਿਚਾਰਧਾਰਾ ਤਗੜੀ ਹੈ ਤੇ ਫਿਰ ਕੇਂਦਰ ਦੀ ਕਿਹੜੀ ਗੱਲ ਹੈ। ਜੇ ਵਿਚਾਰਧਾਰਾ ਹੈ ਸਾਡੇ ਕੋਲ ਗੁਰਮਤਿ ਦੀ, ਫਿਰ ਤਾਂ ਕਿਤੇ ਵੀ ਚਰਚਾ ਹੋ ਸਕਦੀ ਹੈ, ਕੋਈ ਐਵੇਂ ਦੀ ਗੱਲ ਨਹੀਂ। ਤੇ ਜੇ ਉਸ ਵਿਚਾਰਧਾਰਾ ਜਾਂ ਉਸ ਚਰਚਾ ਦੇ ਉੱਪਰ ਮੌਤ ਦਾ ਪਿਆ, ਫਿਰ ਅਸੀਂ ਸਿੱਖ ਹੀ ਨਹੀਂ ਹੈਗੇ ਵੀ ਨਹੀਂ ਮੈਂ ਡਰਦਾ, ਮੈਂ ਇਸ ਕਰਕੇ ਨਹੀਂ, ਇੰਜ ਨਹੀਂ ਹੋ ਸਕਦਾ। ਹੁਣ ਜਿਹੜਾ ਸ਼ੰਕਰਾਚਾਰੀਆ ਹੈ ਉਹ ਦਿੱਗ ਵਿੱਚ ਯਾਤਰਾ ਤੇ ਜਾਂਦਾ ਹੈ, ਕਹਿੰਦਾ ਕਿ ਮੈਂ ਭ੍ਰਮਣ ਕਰਨ ਲੱਗਾ ਸਾਰੇ ਹਿੰਦੁਸਤਾਨ ਦਾ, ਮੇਰੇ ਕੋਲ ਇੱਕ ਸਟਰੋਂਗ ਜਿਹੜੀ ਆਈਡੀਓਲੋਜੀ ਹੈ, ਮੇਰਾ ਵਿਚਾਰਧਾਰਕ ਪੱਖ ਬੜਾ ਸਟਰੋਂਗ ਹੈ, ਜਿੰਨੇ ਵੀ ਚਰਚਾ ਕਰਨੀ ਆਓ, ਜਾਂ ਮੈਨੂੰ ਆਪਣੇ 'ਚ ਸ਼ਾਮਲ ਕਰ ਲਓ ਜਾਂ ਮੇਰੇ 'ਚ ਸ਼ਾਮਲ ਹੋ ਜਾਓ। ਗੁਰੂ ਨਾਨਕ ਸਾਹਿਬ ਦੇ ਕੋਲ ਕੀ ਸੀ? ਇਹੀ ਸੀ ਨਾ ਕਿ ਧਰਮ ਦਾ ਸਿਧਾਂਤਕ ਪੱਖ ਇੰਨਾ ਉੱਚਾ ਹੈ। ਗੁਰੂ ਸਾਹਿਬ ਗਏ ਨੇ ਜੋਗੀਆਂ ਦੇ ਕੋਲ, ਗੁਰੂ ਸਾਹਿਬ ਗਏ ਨੇ ਪੰਡਤਾਂ ਦੇ ਕੋਲ, ਗੁਰੂ ਸਾਹਿਬ ਗਏ ਨੇ ਸਿੱਧਾਂ ਦੇ ਕੋਲ, ਬੋਧੀਆਂ ਦੇ ਕੋਲ, ਜੈਨੀਆਂ ਦੇ ਕੋਲ। ਕਿਹੜੀ ਵਿਚਾਰਧਾਰਾ ਹੈ ਜਿਸ ਵਿਚਾਰਧਾਰਾ ਦੇ ਨਾਲ ਗੁਰੂ ਸਾਹਿਬ ਨੇ ਚਰਚਾ ਨਹੀਂ ਕੀਤੀ? ਜਿਹੜਾ ਬ੍ਰਹਮ ਇਹ ਹੈਗਾ ਵੇਦ ਦੇ ਜਿਹੜੇ 2 ਭਾਗ ਨੇ, ਇੱਕ ਨੂੰ ਜਿਹੜਾ ਵਿਦਾਂਤਕ ਸ਼ਬਦਾਵਲੀ ਦੇ ਵਿੱਚ ਅਸੀਂ ਉੱਤਰ ਮੀਮਾਂਸਾ ਕਹਿੰਦੇ, ਇੱਕ ਨੂੰ ਪੂਰਵ ਮੀਮਾਂਸਾ ਕਹਿੰਦੇ। ਇੱਕ ਦਾ ਆਧਾਰ ਪੂਰੇ ਤੌਰ ਤੇ ਉੱਪਰ ਕਰਮਕਾਂਡਾਂ ਦੇ ਉੱਪਰ ਹੈ, ਦੂਸਰੇ ਦਾ ਪੂਰੀ ਤਰ੍ਹਾਂ ਦੇ ਨਾਲ ਲੌਜਿਕ ਦੇ ਉੱਪਰ ਹੈ। ਕੁਦਰਤੀ ਲੌਜਿਕ ਜਿੱਤ ਜਾਏ 'ਚ ਕੋਈ ਸ਼ੱਕ ਨਹੀਂ, ਪਰ ਉਹ ਜਿਹੜਾ ਚਰਚਾ ਦਾ ਮਿਆਰ ਹੈ ਨਾ ਕਿ 2 ਵਿਚਾਰਧਾਰਾਵਾਂ, ਉਹ ਦੋਵੇਂ ਇੱਕੋ ਮੱਤ ਦੀਆਂ ਧਾਰਨੀ ਨੇ। ਭਾਵ ਵਿਦਾਂਤਕ ਸੱਚ ਨੂੰ ਦੋਵੇਂ ਮੰਨਦੇ ਨੇ, ਪਰ ਇੱਕ ਉਸ ਦੀ ਵਿਆਖਿਆ ਪ੍ਰਣਾਲੀ ਕਰਮ ਦੇ ਵਿੱਚੋਂ ਲੈ ਰਿਹਾ ਹੈ, ਦੂਜਾ ਉਹਦੀ ਵਿਆਖਿਆ ਪ੍ਰਣਾਲੀ ਲੌਜਿਕ ਦੇ ਵਿੱਚੋਂ ਲੈ ਰਿਹਾ, ਪਰ ਦੋਵੇਂ ਬੈਠ ਕੇ ਚਰਚਾ ਕਰਦੇ ਨੇ। ਔਰ ਬੜੀ ਲੰਬੀ ਚਰਚਾ ਹੁੰਦੀ ਹੈ, ਬੜੇ ਦਿਨ ਚਰਚਾ ਹੁੰਦੀ ਹੈ। ਤੇ ਉਸ ਚਰਚਾ ਤੋਂ ਬਾਅਦ
ਅਹਿਮ ਗੱਲ ਇਹ ਹੁੰਦੀ ਹੈ ਕਿ ਜਦੋਂ ਮੰਡਨ ਮਿਸਰ ਹਾਰਦਾ ਹੈ ਤੇ ਉਹ ਸ਼ੰਕਰਾਚਾਰੀਆ ਦੇ ਮੱਤ ਨੂੰ ਸਵੀਕਾਰ ਕਰਦਾ ਹੈ, ਉਹ ਉਹਦੇ ਨਾਲ ਹੀ ਫਿਰ ਤੁਰ ਪੈਂਦਾ ਹੈ। ਹੁਣ ਇਹ ਅੱਜ ਸਾਡੇ ਸਾਹਮਣੇ ਵੀ ਇਹ ਸਮੱਸਿਆ ਆ ਰਹੀ ਹੈ। ਤੇ ਹੁਣ ਮੈਂ ਇਹੀ ਗੱਲ ਕਹਿਣ ਲੱਗਾ ਸੀ ਕਿ ਸ਼ੰਕਰਾਚਾਰੀਆ ਦਾ ਜੀਵਨ ਤਾਂ ਤੁਸੀਂ ਬਹੁਤ ਕਿਤਾਬਾਂ 'ਚੋਂ ਪੜ੍ਹ ਸਕਦੇ ਹੋ, ਪਰ ਉਸਾਰੂ ਚਰਚਾ ਦਾ ਰੂਪ ਜਿਹੜਾ ਸਰਦਾਰ ਕਪੂਰ ਸਿੰਘ ਨੇ ਸਾਡੇ ਸਾਹਮਣੇ ਰੱਖਿਆ, ਉਹ ਤੁਹਾਨੂੰ ਕਿਸੇ ਕਿਤਾਬ 'ਚੋਂ ਨਹੀਂ ਮਿਲੇਗਾ। ਕਿ ਚਰਚਾ ਇੰਜ ਹੁੰਦੀ ਹੈ, ਡਿਬੇਟ ਇੰਜ ਹੁੰਦੀ ਹੈ। ਧਰਮ ਦੀ ਵਿਚਾਰਧਾਰਾ ਜਿਹੜੀ ਹੈ ਉਹਨਾਂ ਦਾ ਆਧਾਰ ਆਹ ਹੁੰਦਾ ਹੈ, ਧਰਮ ਦੀਆਂ ਜਿਹੜੀਆਂ ਸੰਸਕਾਰ ਤੇ ਮਾਨਤਾਵਾਂ ਆਹ ਹੁੰਦੀਆਂ ਨੇ, ਧਰਮ ਦੇ ਵਿੱਚ ਲੌਜਿਕ ਆਹ ਹੁੰਦਾ ਹੈ, ਵਿਚਾਰਧਾਰਾ ਆਹ ਹੁੰਦੀ ਹੈ। ਇਹ ਸਾਰੀ ਗੱਲ ਸਰਦਾਰ ਕਪੂਰ ਸਿੰਘ ਸਾਡੇ ਅੱਗੇ ਰੱਖਦੇ ਨੇ, ਜਿਹੜੀ ਕਿ ਬਹੁਤ ਹੀ ਅਹਿਮ ਹੈ। ਔਰ ਅੱਜ ਦੇ ਸਮੇਂ ਦੇ ਵਿੱਚ ਸਰਦਾਰ ਗੁਰਤੇਜ ਸਿੰਘ ਉਹਨਾਂ ਨੇ ਵੀ ਕਿਹਾ ਸੀ ਕਿ ਅੱਜ ਦੇ ਸਮੇਂ ਵੀ ਉਹਨਾਂ ਦੀਆਂ ਲਿਖਤਾਂ ਦੀ ਓਨੀ ਹੀ ਸਾਰਥਿਕਤਾ ਹੈ ਜਿੰਨੀ ਸਾਰਥਿਕਤਾ ਉਹਨਾਂ ਦੇ ਸਮੇਂ ਸੀ। ਫਿਰ ਅੱਜ ਦੇ ਇਸੇ ਹੀ ਸਮੇਂ ਦੇ ਸੰਦਰਭ ਦੇ ਵਿੱਚ ਜੇ ਅਸੀਂ ਗੱਲ ਕਰੀਏ, ਜਿਸ ਵੇਲੇ ਸਰਦਾਰ ਕਪੂਰ ਸਿੰਘ ਗੁਜਰਾਤ ਪਾਕਿਸਤਾਨ ਵਾਲਾ, ਮੋਦੀ ਵਾਲਾ ਨਹੀਂ, ਜਦੋਂ ਉੱਥੇ ਉਹ ਉੱਚੇ ਅਹੁਦੇ ਦੇ ਉੱਪਰ ਨੇ, ਡਿਪਟੀ ਕਮਿਸ਼ਨਰ ਨੇ, ਤੇ ਉੱਥੇ ਆਹਲਾ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਗੁਰਦੁਆਰਾ ਹੈ। ਹੁਣ ਉਸ ਗੁਰਦੁਆਰੇ ਦੇ ਵਿੱਚ ਪਹਿਲਾਂ 2 ਗ੍ਰੰਥੀ ਜਾਂਦੇ ਨੇ, ਉਹਨਾਂ ਦਾ ਕਤਲ ਹੋ ਜਾਂਦਾ ਹੈ। ਉਸ ਤੋਂ ਬਾਅਦ ਫਿਰ ਇੱਕ ਗ੍ਰੰਥੀ ਸਿੰਘ ਜਾਂਦਾ ਹੈ, ਉਹਦਾ ਕਤਲ ਹੋ ਜਾਂਦਾ ਹੈ। ਪਹਿਲੀ ਤੇ ਇਹ ਗੱਲ ਵੇਖੋ ਕਿ ਉਸ ਮੁਸਲਮਾਨ ਬਹੁ ਗਿਣਤੀ ਇਲਾਕੇ ਦੇ ਵਿੱਚ ਸਿੱਖ ਦੀ ਜਿਹੜੀ ਅਕੀਦਤ ਹੈ ਉਹ ਆਪਣੇ ਗੁਰੂ ਦੇ ਨਾਲ ਕਿੰਨੀ ਜੁੜੀ ਹੈ ਕਿ ਪਤਾ ਹੈ ਬਹੁ ਗਿਣਤੀ ਇਲਾਕਾ ਹੈ, ਕਤਲ ਹੋ ਜਾਂਦੇ ਨੇ, ਸਿੱਖ ਫਿਰ ਵੀ ਉੱਥੇ ਗ੍ਰੰਥੀ ਦੀ ਸੇਵਾ ਨਿਭਾਉਣ ਜਾ ਰਿਹਾ। ਉਸ ਤੋਂ ਬਾਅਦ ਬੁੱਢਾ ਦਲ ਦੇ 2 ਨਿਹੰਗ ਸਿੰਘ ਜਾਂਦੇ ਨੇ, ਉਹ ਵੀ ਕਤਲ ਹੋ ਜਾਂਦੇ ਨੇ। ਫਿਰ ਇੱਕ ਹੋਰ ਗ੍ਰੰਥੀ ਜਾਂਦਾ, ਉਹ ਵੀ ਕਤਲ ਹੋ ਜਾਂਦਾ। 6ਵੇਂ ਕਤਲ ਦੀ ਜਿਹੜੀ ਜਾਂਚ ਉਸ ਵੇਲੇ ਇਹਨਾਂ ਦੇ ਹੱਥਾਂ 'ਚ ਆਉਂਦੀ ਹੈ, ਕਿਉਂਕਿ ਉਹ 6ਵਾਂ ਕਤਲ ਉਦੋਂ ਹੁੰਦਾ ਹੈ ਜਦੋਂ ਸਰਦਾਰ ਕਪੂਰ ਸਿੰਘ ਉੱਥੇ ਨੇ। ਤੇ ਜਦੋਂ ਸਰਦਾਰ ਕਪੂਰ ਸਿੰਘ ਉੱਥੇ ਜਾਂਦੇ ਨੇ, 6ਵੇਂ ਕਤਲ ਦੀ ਜਾਂਚ ਦੀ ਗੱਲ ਹੁੰਦੀ ਹੈ, ਤੇ ਪਹਿਲੇ ਜਿਹੜੇ ਕਤਲ ਨੇ ਉਹਨਾਂ ਦੀਆਂ ਵੀ ਪਰਤਾਂ ਖੁੱਲ੍ਹਦੀਆਂ ਨੇ। ਉਹਨਾਂ ਪਰਤਾਂ ਦੇ ਵਿੱਚ ਖੁੱਲ੍ਹਦਿਆਂ ਜਾਂਚ ਦੇ ਦੌਰਾਨ ਜਦੋਂ ਸਥਾਨਕ ਉੱਥੋਂ ਦੇ ਜਿਹੜੇ ਕਹਿ ਸਕਦੇ ਹੋ ਕਿ ਗੁੰਡੇ ਨੇ, ਉਹਨਾਂ ਦੇ ਨਾਲ ਰਾਜਨੀਤੀ ਦਾ ਹੱਥ ਜਿਹੜਾ ਉਹ ਜ਼ਾਹਰ ਹੁੰਦਾ ਹੈ, ਜਿਨ੍ਹਾਂ ਦੇ ਵਿੱਚ ਉਮਰ ਹਯਾਤ ਖਾਨ ਟਿਵਾਣਾ ਜਿਹੜਾ ਉਹ ਹੱਥ ਸਾਹਮਣੇ ਆਉਂਦਾ ਹੈ। ਤੇ ਉਮਰ ਹਯਾਤ ਖਾਨ ਟਿਵਾਣਾ ਜਿਹੜਾ ਉਸ ਵੇਲੇ ਦੀ ਏਡੀ ਵੱਡੀ ਰਾਜਨੀਤਿਕ ਸ਼ਖਸੀਅਤ ਹੈ ਕਿ ਉਹਦੇ ਬ੍ਰਿਟਿਸ਼ ਸਰਕਾਰ ਦੇ ਨਾਲ ਵੀ ਚੰਗੇ ਸੰਬੰਧ ਨੇ। ਤੇ ਉਦੋਂ ਇਹ ਗੱਲ ਕਿਹਾ ਜਾਂਦਾ ਸਰਦਾਰ ਕਪੂਰ ਸਿੰਘ ਨੂੰ ਕਿ ਸਰਦਾਰ ਕਪੂਰ ਸਿੰਘ ਸਤਿਕਾਰਤ ਸ਼ਖਸੀਅਤਾਂ ਦੇ ਸਾਹਮਣੇ ਅੱਖੜ ਸੁਭਾਅ ਦੇ ਨਾਲ ਪੇਸ਼ ਆਉਂਦਾ ਹੈ, ਇਹਨੂੰ ਬਦਲ ਦਿੱਤਾ ਜਾਵੇ। ਆਹ ਦਿੱਲੀ ਦੇ ਵਿੱਚ ਹੁਣ ਤੁਸੀਂ ਕੀ ਵੇਖ ਰਹੇ ਹੋ, ਇੱਕ ਜੱਜ ਨੇ ਇੰਨਾ ਹੀ ਕਿਹਾ ਨਾ। ਇਹਦਾ ਮਤਲਬ ਕਿ ਜਿਹੜੀ ਨੌਕਰਸ਼ਾਹੀ ਹੁੰਦੀ ਹੈ, ਜੇ ਉਹ ਇਮਾਨਦਾਰੀ ਦੇ ਨਾਲ ਕੰਮ ਕਰਨਾ ਵੀ ਚਾਹੇ, ਤੇ ਜਦੋਂ ਉਹਦੇ ਉੱਪਰ ਸਥਾਪਿਤ ਰਾਜਨੀਤਿਕ ਧਿਰ ਕਰਪਟ ਹੁੰਦੀ ਹੈ, ਜਦੋਂ ਰਾਜਾ ਕਰਪਟ ਹੈ, ਮੁਕੱਦਮ ਕੀ ਕਰੇਗਾ? ਮੁਕੱਦਮ ਕਰਪਟ ਹੈ, ਕਾਜ਼ੀ ਕੀ ਕਰੇਗਾ? ਕਾਜ਼ੀ ਕਰਪਟ ਹੈ, ਮੁੱਲਾ ਕੀ ਕਰੇਗਾ? ਗੁਰੂ ਨਾਨਕ ਸਾਹਿਬ ਨੇ 4 ਹੀ ਤਾਂ ਰੱਦ ਕੀਤੀਆਂ। ਰਾਜੇ ਸ਼ੀਂਹ, ਮੁਕੱਦਮ ਕੁੱਤੇ, ਕਾਜ਼ੀ ਕੂੜ ਬੋਲ, ਮਲਖਾ ਹੈ। ਸੋ ਪੰਡਤ ਜਿਹੜਾ ਹੈ ਉਹ ਧਾਰਮਿਕ ਹੈ, ਕਾਜ਼ੀ ਦੇ ਕੋਲ ਇਨਸਾਫ ਹੈ, ਮੁਕੱਦਮ ਦੇ ਕੋਲ ਬਿਊਰੋਕ੍ਰੇਸੀ ਹੈ, ਰਾਜੇ ਦੇ ਕੋਲ ਸਟੇਟ ਦੀ ਜ਼ਿੰਮੇਵਾਰੀ ਹੈ। ਤੇ ਜਦੋਂ ਇਹ ਚਾਰੇ ਕਰਪਟ ਹੋਣ, ਫਿਰ ਆਮ ਇਨਸਾਨ ਦਾ ਉਸ ਸਮਾਜ ਦੇ ਵਿੱਚ ਕੀ ਰਹਿ ਸਕਦਾ ਹੈ? ਸੋ ਇਹ ਸਰਦਾਰ ਕਪੂਰ ਸਿੰਘ ਹੁਣਾਂ ਦੇ ਜੇ ਤੁਸੀਂ ਸਨਮੁਖ ਉਹਨਾਂ ਦੇ ਨਾਲ ਜੋ ਵਰਤਾਰਾ ਵਾਪਰਦਾ ਹੈ, ਜੇ ਤੁਸੀਂ ਉਹੀ ਵਰਤਾਰਾ ਅੱਜ ਦਿੱਲੀ ਦੇ ਜੋ ਜੱਜ ਦੇ ਨਾਲ ਹੋਇਆ, ਕਿ ਉਹ ਸਿਰਫ ਇੰਨੀ ਗੱਲ ਕਹਿੰਦਾ ਹੈ ਕਿ ਦਿੱਲੀ ਦੇ ਵਿੱਚ ਜਿਹੜੀ ਇੱਕ ਧਰਮ ਦੇ ਉੱਪਰ ਹਿੰਸਾ ਹੋ ਰਹੀ ਹੈ, ਪੁਲਿਸ ਨੂੰ ਇਹਨਾਂ ਦੀ ਰਿਪੋਰਟ ਦਰਜ ਕਰਨੀ ਚਾਹੀਦੀ ਹੈ, ਉਸੇ ਰਾਤ ਤਬਾਦਲਾ ਹੋ ਜਾਂਦਾ। ਇਹਦਾ ਮਤਲਬ ਕਿ ਜਿੱਥੇ ਇਸ ਤਰ੍ਹਾਂ ਦਾ ਅੱਤਵਾਦ ਸਟੇਟ ਸਪਾਂਸਰਡ ਹੁੰਦਾ ਹੈ, ਉੱਥੇ ਜਿਹੜੀ ਇਨਸਾਫ ਪਸੰਦ ਬਿਊਰੋਕ੍ਰੇਸੀ ਹੈ ਉਹਦਾ ਗਲਾ ਇੰਜ ਕੁੱਟਿਆ ਜਾਂਦਾ ਹੈ। ਇਹੀ ਸਾਰੀ ਮਾਨਸਿਕ ਪੀੜ ਜਿਹੜੀ ਹੈ ਉਹ ਸਾਰੀ ਉਮਰ ਸਰਦਾਰ ਕਪੂਰ ਸਿੰਘ ਹੁਣਾਂ ਨੇ ਆਪਣੇ ਤਨ ਔਰ ਮਨ ਦੇ ਉੱਪਰ ਹੰਢਾਈ ਹੈ। ਪਰ ਸਮੱਸਿਆ ਇਹ ਹੈ ਕਿ ਕੌਮ ਨੇ ਸੱਚ ਜਾਣਿਓ ਅੱਜ ਅਸੀਂ ਜਨਮ ਦਿਨ ਮਨਾ ਰਹੇ ਹਾਂ। ਜਿਸ ਸਮੇਂ ਦੇ ਵਿੱਚ ਉਹਨਾਂ ਦਾ ਸਾਥ ਲੈਣ ਦੀ ਤੇ ਸਾਥ ਦੇਣ ਦੀ ਜ਼ਰੂਰਤ ਸੀ, ਉਸ ਸਮੇਂ ਅਸੀਂ ਉਹਨਾਂ ਨੂੰ ਬਿਲਕੁਲ ਅਣਗੌਲਿਆ ਕੀਤਾ।